ਪੇਸ਼ ਹੈ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 16ਵੀਂ ਕੜੀ। ਹਾਂਜੀ ਪਿਆਰੇ ਸਰੋਤਿਓ, ਤੁਹਾਡਾ ਸਭ ਦਾ ਅੱਜ ਦੇ ਬਨੌਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਅਤੇ ਭਵਿੱਖ ਬਾਬਤ ਸਾਡੇ ਨਵੇਂ ਲੜੀਵਾਰ ਆਉਣ ਵਾਲਾ ਕੱਲ ਦੀ 16ਵੀਂ ਕੜੀ ਵਿੱਚ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਨਮਸਤੇ। ਜੀ ਹਾਂ, ਇਸ ਵਿਗਿਆਨ ਲੜੀਵਾਰ ਦੀਆਂ ਪਿਛਲੀਆਂ ਕੜੀਆਂ 'ਚ ਅਸੀਂ ਬਣਾਉਟੀ ਬੌਧਿਕਤਾ ਨਾਲ ਭਵਿੱਖ 'ਚ ਹੋਣ ਵਾਲੇ ਬਦਲਾਵਾਂ ਦੀ ਕੀਤੀ ਸੀ ਨਕਸ਼ਾਕਸ਼ੀ ਅਤੇ ਸੁਣਾਇਆ ਸੀ ਬਰਤਾਂਤ ਕਿ ਕਿਵੇਂ ਨਵੀਆਂ ਟੈਕਨੋਲੋਜੀਆਂ ਦੇ ਨਾਲ ਵੱਧ ਰਹੇ ਹਾਂ ਅੱਗੇ ਜੀਵਨ ਦੇ ਵੱਖ-ਵੱਖ ਖੇਤਰਾਂ 'ਚ। ਹਾਂਜੀ, ਅਸੀਂ ਸੁਣ ਚੁੱਕੇ ਹਾਂ ਕਿ ਗੇਮਾਂ ਵਿੱਚ 1997 ਵਿੱਚ ਬਨੌਟੀ ਬੌਧਿਕਤਾ ਵੱਲੋਂ ਪਹਿਲੀ ਵਾਰ ਦਿੱਤੀ ਗਈ ਸੀ ਮਾਤ ਮਨੁੱਖੀ ਬੁੱਧੀ ਨੂੰ, ਅਤੇ ਉਸ ਉਪਰੰਤ ਹੁਣ ਤਾਂ ਆਵਾਜ਼, ਲਿਖਤ, ਪਹਿਚਾਣ ਵਗੈਰਾ ਰਾਹੀਂ ਅਸੀਂ ਪੈਂਡਾ ਤੈਅ ਕਰ ਚੁੱਕੇ ਹਾਂ ਬੁੱਧੀਮਾਨ ਰੋਬੋਟ ਤੱਕ ਦਾ। ਕੰਪਿਊਟਰ ਗੇਮਾਂ ਦਾ ਬਾਜ਼ਾਰ ਤੇ ਵਪਾਰ ਤਾਂ ਹੋ ਗਿਆ ਹੈ ਬਹੁਤ ਹੀ ਵਿਸ਼ਾਲ, ਪਰ ਹੁਣ ਤਾਂ ਬੁੱਧੀਮਾਨ ਰੋਬੋਟ ਦਾ ਆ ਗਿਆ ਹੈ ਜ਼ਮਾਨਾ। ਇਹਨਾਂ ਬੁੱਧੀਮਾਨ ਮਸ਼ੀਨਾਂ ਦੇ ਪੈ ਰਹੇ ਨੇ ਬਹੁਤ ਹੀ ਜ਼ਿਆਦਾ ਪ੍ਰਭਾਵ ਜੀਵਨ ਦੇ ਵੱਖ-ਵੱਖ ਪਹਿਲੂਆਂ ਦੇ ਉੱਤੇ। ਲਿਆ ਰਹੀਆਂ ਨੇ ਇਹ ਤਕਨਾਲੋਜੀਆਂ ਸਾਡੇ ਸਮਾਜਿਕ, ਆਰਥਿਕ, ਨੈਤਿਕ, ਨਿਆਂ, ਵਣਜ ਤੇ ਵਪਾਰ, ਉਤਪਾਦਨ ਖੇਤਰ ਤੇ ਘਰੇਲੂ ਜੀਵਨ 'ਚ ਬਹੁਤ ਹੀ ਵੱਡੇ ਤੇ ਗੁਣਾਤਮਕ ਬਦਲਾਅ। ਇਹਨਾਂ ਮਸ਼ੀਨਾਂ ਨਾਲ ਬਦਲ ਜਾਊਗੀ ਸਾਡੀ ਜੈਵਿਕ ਵੰਨ-ਸੁਵੰਨਤਾ। ਆਉਣਗੇ ਇਸ ਨਾਲ ਮਨੁੱਖੀ ਸੋਚ 'ਚ, ਵਰਤਾਅ 'ਚ ਤੇ ਵਤੀਰੇ 'ਚ ਬਦਲਾਅ। ਇਸ ਬਨੌਟੀ ਬੌਧਿਕਤਾ ਨੇ ਪ੍ਰਭਾਵਿਤ ਕਰਨਾ ਹੈ ਸਿੱਖਿਆ, ਸਿਹਤ, ਉਤਪਾਦਨ ਅਮਲ, ਪ੍ਰਸ਼ਾਸਨ ਅਤੇ ਰੁਜ਼ਗਾਰ ਬਾਜ਼ਾਰ ਨੂੰ। ਬਣੇਗੀ ਇਹ ਸਾਡਾ ਰਾਹ ਦਸੇਰਾ ਅਣਜਾਣੇ ਤੇ ਸਾਰ ਨਾ ਜਾਣੇ ਰਾਹਾਂ ਤੇ ਤੁਰਨ ਦੇ ਲਈ। ਇਸ ਬਨੌਟੀ ਬੌਧਿਕਤਾ ਨੇ ਬਦਲ ਦੇਣਾ ਹੈ ਸੰਤੁਲਨ ਸਾਡੇ ਉੱਪਰ ਕੰਟਰੋਲ ਕਰਨ ਵਾਲੀਆਂ ਤਾਕਤਾਂ ਦੇ ਦਰਮਿਆਨ। ਕੰਟਰੋਲ ਦੇ ਨਵੇਂ-ਨਵੇਂ ਆ ਜਾਣਗੇ ਹਥਿਆਰ। ਲਿਆਵੇਗੀ ਇਹ ਨਵੀਆਂ-ਨਵੀਆਂ ਚੁਣੌਤੀਆਂ ਵੀ, ਵਿਸ਼ੇਸ਼ ਕਰਕੇ ਨੈਤਿਕ ਅਤੇ ਸੰਵਿਧਾਨਕ ਚੁਣੌਤੀਆਂ। ਬਣ ਜਾਵੇਗੀ ਇਹ ਬਣਾਉਟੀ ਬੌਧਿਕਤਾ ਸਾਡੇ ਜੀਵਨ ਦੇ ਹਰ ਖੇਤਰ ਦਾ ਸੂਈਆ। ਸਾਡੇ ਸਾਹਮਣੇ ਪ੍ਰਗਟ ਹੋ ਜਾਣਗੇ ਮਨੁੱਖੀ ਹੱਕਾਂ ਦੇ ਮਾਮਲੇ ਵੀ। ਵੱਜ ਸਕਦੀ ਹੈ ਸੱਟ ਵੱਡੀ ਸਾਡੀ ਨਿੱਜਤਾ ਦੇ ਉੱਪਰ ਵੀ, ਕਿਤੇ ਵੀ ਹੋ ਸਕੇਗੀ ਜਾਸੂਸੀ। ਨਿਗਾਰ ਆ ਸਕਦਾ ਹੈ ਮਨੁੱਖੀ ਸੰਬੰਧਾਂ 'ਚ, ਪਰਿਵਾਰਾਂ 'ਚ, ਸਮਾਜ 'ਚ, ਪ੍ਰਸ਼ਾਸਨ 'ਚ ਤੇ ਸਿਆਸਤ 'ਚ ਵੀ ਨਰੋਈਆਂ ਕਦਰਾਂ ਕੀਮਤਾਂ ਦਾ। ਸਿੱਖਿਆ ਵਿੱਚ ਬਦਲਾਅ ਤਾਂ ਸਾਡੇ ਸਾਹਮਣੇ ਹੈ। ਆਨਲਾਈਨ ਸਕੂਲ, ਨਰਸਰੀ ਦੇ ਬੱਚੇ ਨੂੰ ਵੀ ਲੈਪਟਾਪ ਸਾਹਮਣੇ ਬਿਠਾ ਕੇ ਦੂਰੋਂ ਨਿਯੰਤਰਣ ਦੇ ਰਾਹੀਂ ਪੜ੍ਹਾਈ ਤੇ ਸਿਹਤ ਦਾ ਅਮਲ ਤਾਂ ਵਿਸ਼ੇਸ਼ ਕਰਕੇ ਪ੍ਰਾਈਵੇਟ ਸਕੂਲਾਂ ਵੱਲੋਂ ਸਾਡੇ ਸਾਹਮਣੇ ਹੀ ਹੈ। ਤੇ ਵੱਧ ਰਿਹਾ ਹੁਣ ਕੋਵਿਡ-19 ਮਹਾਮਾਰੀ ਦੀ ਦੂਜੀ ਜਵਾਰ ਭਾਟਾ ਦੇ ਰਾਹੀਂ ਲਗਾਤਾਰ ਸਕੂਲਾਂ ਦੀ ਤਾਲਾਬੰਦੀ ਨੂੰ ਵਧਾ ਦਿੱਤੇ ਜਾਣ ਦੇ ਨਾਲ। ਬਿਲਕੁਲ ਜੀ, ਅਧਿਆਪਕ ਵਿਦਿਆਰਥੀ ਦਾ ਮੇਲ-ਜੋਲ ਖਤਮ, ਬੱਚਿਆਂ ਦਾ ਮੇਲ-ਜੋਲ ਖਤਮ, ਆਪਸੀ ਵਾਰਤਾਲਾਪ ਤੇ ਸਹਿਚਾਰ ਖਤਮ, ਕਿਤਾਬਾਂ ਤੋਂ ਪੜ੍ਹਾਈ ਨੂੰ ਲਗਭਗ ਪੂਰਨ ਤਿਲਾਂਜਲੀ। ਅਧਿਆਪਕਾਂ, ਬੱਚਿਆਂ ਤੇ ਮਾਪਿਆਂ ਉੱਪਰ ਸਰੀਰਕ, ਮਾਨਸਿਕ ਤੇ ਆਰਥਿਕ ਬੋਝ ਦਾ ਲਗਾਤਾਰ ਵਾਧਾ ਸਾਫ਼ ਨਜ਼ਰ ਆ ਰਿਹਾ ਹੈ। ਪਰ ਇਸ ਦੇ ਬਾਵਜੂਦ ਵੱਧ ਰਹੀ ਹੈ ਉਤਸੁਕਤਾ ਇਸ ਬਨੌਟੀ ਬੌਧਿਕਤਾ ਦੇ ਖੇਤਰ ਵਿੱਚ। ਖੋਜ ਤੇ ਤਕਨਾਲੋਜੀ ਨਾਲ ਪੁੱਟੀਆਂ ਜਾਂਦੀਆਂ ਤੇ ਭਵਿੱਖ ਵਿੱਚ ਪੁੱਟੀਆਂ ਜਾਣ ਵਾਲੀਆਂ ਪੁਲਾਂਘਾਂ ਨੂੰ ਵਿਸਥਾਰ ਵਿੱਚ ਜਾਣਨ ਦੇ ਲਈ ਤੇ ਇਹਨਾਂ ਦੀ ਸਾਡੇ ਨਿੱਤ ਪ੍ਰਤੀ ਦੇ ਜੀਵਨ 'ਚ ਭੂਮਿਕਾ ਨੂੰ ਜਾਣਨ ਦੇ ਲਈ। ਦੇਖੋ ਜੀ, ਬਨੌਟੀ ਬੌਧਿਕਤਾ ਨਾਲ ਬਣੀਆਂ ਮਸ਼ੀਨਾਂ ਕਹਿੰਦੇ ਨੇ ਜਿਨ੍ਹਾਂ ਨੂੰ ਬੁੱਧੀਮਾਨ ਰੋਬੋਟ ਜਾਂ ਫਿਰ ਰੋਜ਼ਾਨਾ ਜੀਵਨ ਲੋੜਾਂ ਵਾਸਤੇ ਸਿਰੀ, ਐਲੈਕਸਾ, ਈਕੋ ਤੇ ਗੂਗਲ ਸਹਾਇਕ ਨੇ ਤਾਂ ਕਰ ਲਿਆ ਹੈ ਪ੍ਰਵੇਸ਼ ਸਾਡੀ ਰੋਜ਼ਾਨਾ ਜੀਵਨ ਸ਼ੈਲੀ 'ਚ ਵੀ। ਖੇਡਾਂ ਤੇ ਬਨੌਟੀ ਬੌਧਿਕਤਾ 'ਚ ਅਸੀਂ ਸੁਣਾਈ ਸੀ ਕਹਾਣੀ ਕਿ ਕਿਵੇਂ ਸੰਸਾਰ ਵਿੱਚ ਖੇਡਾਂ ਦੇ ਮਾਮਲੇ 'ਚ ਬਨੌਟੀ ਬੌਧਿਕਤਾ ਦੇ ਵਿਕਾਸ ਨੇ ਇਸ ਨੂੰ ਪਹੁੰਚਾ ਦਿੱਤਾ ਹੈ ਮੌਜੂਦਾ ਪੜਾਅ ਦੇ ਉੱਪਰ, ਤੇ ਕੀ ਹਨ ਸੰਭਾਵਨਾਵਾਂ ਆਉਣ ਵਾਲੇ ਸਮੇਂ ਦੇ ਦੌਰਾਨ ਇਸ ਖੇਤਰ ਦੇ ਵਿਕਾਸ ਦੀਆਂ। ਗੱਲ ਕੀਤੀ ਗਈ ਸੀ ਕਿ ਕਿਵੇਂ ਸ਼ਤਰੰਜ ਦੇ ਵਿਸ਼ਵ ਚੈਂਪੀਅਨ ਕਾਸਪਾਰੋਵ ਉੱਪਰ 1997 'ਚ ਬਣਾਉਟੀ ਬੌਧਿਕਤਾ ਆਧਾਰਿਤ ਡੀਪ ਬਲੂ ਰਾਹੀਂ ਪ੍ਰਾਪਤ ਕੀਤੀ ਗਈ ਸੀ ਜਿੱਤ। ਕਹਾਣੀ ਵਿੱਚ ਇਹ ਦਰਸਾਇਆ ਸੀ ਕਿ AI ਮਨੁੱਖ ਦੀ ਕੁਦਰਤੀ ਬੌਧਿਕਤਾ ਨੂੰ
ਕਿਤੇ ਨਾ ਕਿਤੇ ਹਰਾਉਂਦੀ ਹੋਈ ਪ੍ਰਤੀਤ ਹੋ ਰਹੀ ਹੈ। ਇਹ ਕੇਂਦਰਿਤ ਕੀਤਾ ਗਿਆ ਸੀ ਕਿ 1999 ਦੌਰਾਨ ਖੇਡਾਂ 'ਚ ਸ਼ੁਰੂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਫਲ 1997 'ਚ ਮਿਲਿਆ, ਜਦ ਬਣਾਉਟੀ ਬੌਧਿਕਤਾ ਨੇ ਸ਼ਤਰੰਜ 'ਚ ਮਨੁੱਖੀ ਦਿਮਾਗ ਨੂੰ ਹਰਾ ਦਿੱਤਾ। ਇਸ ਦੇ ਨਾਲ ਹੀ ਦੂਜਾ ਮੁੱਦਾ ਜੋ ਕੇਂਦਰ ਬਿੰਦੂ ਬਣਾਇਆ ਗਿਆ ਸੀ, ਉਹ ਹੈ ਬਣਾਉਟੀ ਬੁੱਧੀ ਆਧਾਰਿਤ ਖੇਡਾਂ ਦਾ ਭਵਿੱਖ ਬਹੁਤ ਰੌਸ਼ਨ ਹੈ ਤੇ ਵੱਡਾ ਬਾਜ਼ਾਰ ਇਸ ਦੀ ਉਡੀਕ ਵਿੱਚ ਹੈ। ਇਹ ਮੁੱਦਾ ਇੱਕ ਕਾਲਜ ਦੇ ਵਾਤਾਵਰਣ 'ਚ ਜਿੱਥੇ AI ਉੱਪਰ ਖੋਜ ਹੋ ਰਹੀ ਹੈ ਬਿਆਨ ਕੀਤਾ ਗਿਆ ਹੈ। ਕੁਦਰਤੀ ਭਾਸ਼ਾ ਪ੍ਰੋਸੈਸਿੰਗ ਯਾਨੀ NLP 'ਚ ਸੰਸਾਰ 'ਚ ਕੁਦਰਤੀ ਭਾਸ਼ਾ ਦੇ ਤਰਤੀਬਕਰਨ ਜਾਂ ਕਹਿ ਲਈਏ ਪ੍ਰੋਸੈਸਿੰਗ 'ਚ ਬਣਾਉਟੀ ਬੌਧਿਕਤਾ ਦੇ ਵਿਕਾਸ ਦੀ ਤੇ ਮੌਜੂਦਾ ਪੜਾਅ ਤੇ ਸੰਭਾਵਨਾਵਾਂ ਦੀ ਗੱਲ ਕੀਤੀ ਗਈ ਸੀ। ਕੁਦਰਤੀ ਭਾਸ਼ਾ ਪ੍ਰੋਸੈਸਿੰਗ ਭਾਸ਼ਾ ਵਿਗਿਆਨ, ਕੰਪਿਊਟਰ ਸਾਇੰਸ ਤੇ ਨਕਲੀ ਬੁੱਧੀ ਦਾ ਇੱਕ ਉਪ ਖੇਤਰ ਹੈ। ਇਹ ਕੰਪਿਊਟਰਾਂ ਤੇ ਮਨੁੱਖੀ ਭਾਸ਼ਾ ਵਿਚਕਾਰ ਆਪਸੀ ਸੰਬੰਧਾਂ ਲੈਣ ਦੇਣ ਨਾਲ ਸੰਬੰਧਿਤ ਹੈ। ਇਹ ਵੀ ਵਾਰਤਾਲਾਪ ਹੋਇਆ ਸੀ ਕਿ NLP ਤਾਂ ਕੇਵਲ ਉਹ ਅਮਲ ਹੈ ਜਿਸ 'ਚ ਕੁਦਰਤੀ ਭਾਸ਼ਾ ਦੇ ਬਹੁਤ ਵਿਸ਼ਾਲ ਡੇਟਾ ਦੇ ਉੱਪਰ ਪ੍ਰਕਿਰਿਆ ਕਰਨ ਤੇ ਵਿਸ਼ਲੇਸ਼ਣ ਕਰਨ ਦੇ ਲਈ ਕੰਪਿਊਟਰ ਨੂੰ ਪ੍ਰੋਗਰਾਮ ਕੀਤਾ ਜਾਂਦਾ ਹੈ। ਹੋਈ ਸੀ ਚਰਚਾ ਕਿ NLP ਦੇ ਖੇਤਰ 'ਚ ਅਜਿਹੇ ਕੰਪਿਊਟਰ ਬਣਾਏ ਜਾਂਦੇ ਨੇ ਜਿਹੜੇ ਮਨੁੱਖ ਦੁਆਰਾ ਵਰਤੀਆਂ ਜਾਂਦੀਆਂ ਕੁਦਰਤੀ ਭਾਸ਼ਾਵਾਂ ਸਮਝ ਕੇ ਹੀ ਲਾਭਦਾਇਕ ਕਾਰਜ ਕਰਨ। ਇਹ ਵੀ ਸੁਣਾਈ ਸੀ ਕਹਾਣੀ ਕਿ ਕਿਵੇਂ ਇੱਕ NLP ਸਿਸਟਮ ਦਾ ਇਨਪੁਟ ਤੇ ਆਉਟਪੁੱਟ ਸਪੀਚ ਅਤੇ ਲਿਖਿਤ ਟੈਕਸਟ ਹੋ ਸਕਦੇ ਨੇ। ਇਸ ਤੱਥ ਤੇ ਹਕੀਕਤ ਵੀ ਆ ਗਈ ਸੀ ਸਾਹਮਣੇ ਕਿ ਡਾਟਾ ਸਾਇੰਸ ਦੇ ਖੇਤਰ 'ਚ ਕੁਦਰਤੀ ਭਾਸ਼ਾ ਪ੍ਰੋਸੈਸਿੰਗ ਸਭ ਤੋਂ ਵੱਧ ਚਰਚਿਤ ਵਿਸ਼ਾ ਹੈ। ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਅਨੁਵਾਦ ਕਰਨ ਤੋਂ ਇਲਾਵਾ NLP ਦੀਆਂ ਕੁਝ ਹੋਰ ਖੇਤਰਾਂ ਵਿੱਚ ਵੀ ਬਹੁਤ ਹੀ ਮਹੱਤਵਪੂਰਨ ਐਪਲੀਕੇਸ਼ਨਸ ਵੀ ਨੇ। ਜੀ ਹਾਂ, ਹੁਣ ਤਾਂ ਸਾਡੀ ਆਵਾਜ਼ ਦੀ ਵੀ ਹੋ ਸਕਦੀ ਹੈ ਪਹਿਚਾਣ। ਆਵਾਜ਼ ਦੀ ਪਹਿਚਾਣ ਦੀ ਟੈਕਨੋਲੋਜੀ ਯਾਨੀ ਕੁਦਰਤੀ ਭਾਸ਼ਾ ਪਹਿਚਾਣ ਨੇ ਤਾਂ ਕਰ ਦਿੱਤਾ ਹੈ ਕੰਮ। ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਉਲੱਥੇ ਦਾ ਵੀ ਬਹੁਤ ਹੀ ਸਹਿਲ। ਹੁਣ ਤਾਂ ਸੰਭਵ ਹੋ ਗਿਆ ਹੈ ਆਪਣੇ ਆਪ ਉਲੱਥਾ ਸ਼ਬਦ ਜੋੜਾਂ ਦੀਆਂ ਗਲਤੀਆਂ ਦੀ ਦੁਰੁਸਤੀ, ਸ਼ਬਦ ਦੇ ਵਾਕਾਂ ਨੂੰ ਆਪਣੇ ਆਪ ਪੂਰਾ ਕਰਨ ਦਾ ਅਮਲ ਆਵਾਜ਼ ਪਹਿਚਾਣ ਦੇ ਸਹਾਰੇ ਬੋਲਦੇ ਜਾਣ ਤੇ ਆਪਣੇ ਆਪ ਟਾਈਪ ਕਰਦੇ ਜਾਣਾ। ਹਾਂਜੀ, ਇਸ ਲੜੀਵਾਰ 'ਚ ਤਾਂ ਮਾਹਰ ਪ੍ਰਣਾਲੀਆਂ ਤੇ ਨਕਲੀ ਬੁੱਧੀ ਬਾਬਤ ਚਰਚਾ ਕਰਦੇ ਹੋਏ ਮਾਹਰ ਪ੍ਰਣਾਲੀਆਂ ਦੇ ਵਿਕਾਸ ਦਾ ਪੜਾਅ ਤੇ ਇਹਨਾਂ ਦੀ ਮਨੁੱਖੀ ਜੀਵਨ ਵਿੱਚ ਭੂਮਿਕਾ ਦੀ ਕਹਾਣੀ ਵੀ ਸੁਣਾਈ ਗਈ ਸੀ। ਕਰ ਦਿੱਤਾ ਸੀ ਸਪਸ਼ਟ ਕਿ ਅੰਕੜੇ ਕਿਵੇਂ ਇਕੱਤਰ ਕੀਤੇ ਜਾਂਦੇ ਨੇ ਤੇ ਕਿਵੇਂ ਇਹਨਾਂ ਦੀ ਪ੍ਰੋਸੈਸਿੰਗ ਵੱਖ-ਵੱਖ ਖੇਤਰਾਂ ਜਿਵੇਂ ਇਲਾਜ ਵਿਗਿਆਨ, ਪੈਟਰੋਲ ਪਾਈਪਲਾਈਨਾਂ, ਜੁਰਮ ਦੀ ਤਫਤੀਸ਼, ਫਰਾਡ, ਸਰਵੇਖਣ ਤੇ ਮੁਲਾਂਕਣ ਵਾਸਤੇ ਵਰਤਣ ਵਾਸਤੇ ਕੀਤੀ ਜਾਂਦੀ ਹੈ। ਚਰਚਾ ਹੋਈ ਸੀ ਕਿ ਕਿਵੇਂ ਕਿਸੇ ਸਮੱਸਿਆ ਦੀ ਜਿਹੜੀ ਕਿ ਮਾਹਰ ਪ੍ਰਣਾਲੀ ਦੇ ਵਿਕਾਸ ਦੇ ਲਈ ਸਟੀਕ ਹੋਵੇ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਸ਼ਨਾਖਤ ਤੋਂ ਬਾਅਦ ਸੰਬੰਧਿਤ ਧਾਰਨਾ ਨੂੰ ਗਿਆਨ ਦੇ ਸੰਬੰਧਿਤ ਖੇਤਰ 'ਚ ਬਾਖੂਬੀ ਪੇਸ਼ ਕਰਨ ਦੇ ਲਈ ਉਸ ਦਾ ਨਮੂਨਾ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਇੱਕ ਮੁੱਢਲਾ ਢਾਂਚਾ ਜਾਂ ਸਰੂਪ ਵਿਕਸਿਤ ਹੋ ਸਕੇ। ਇਸ ਉਪਰੰਤ ਇਫ ਦੈਨ ਐਲਸ ਦੇ ਨਿਯਮ ਅਨੁਸਾਰ ਪੇਸ਼ ਕੀਤਾ ਜਾਂਦਾ ਹੈ ਤੇ ਮਾਹਰ ਪ੍ਰਣਾਲੀ ਦਾ ਅੰਤਮ ਸਰੂਪ ਵਿਕਸਿਤ ਕਰ ਲਿਆ ਜਾਂਦਾ ਹੈ। ਦ੍ਰਿਸ਼ਟੀ ਪ੍ਰਣਾਲੀਆਂ ਤੇ ਨਕਲੀ ਬੁੱਧੀ ਵਿੱਚ ਬਣਾਉਟੀ ਬੁੱਧੀ ਦੇ ਇਸਤੇਮਾਲ ਰਾਹੀਂ ਦ੍ਰਿਸ਼ਟੀ ਪ੍ਰਣਾਲੀਆਂ ਦੇ ਵਿਕਾਸ ਦੇ ਪੜਾਅ ਅਤੇ ਭੂਮਿਕਾ ਉੱਪਰ ਚਰਚਾ ਕੀਤੀ ਗਈ ਹੈ। ਇਸ ਕਹਾਣੀ 'ਚ ਦ੍ਰਿਸ਼ਟੀ ਪ੍ਰਣਾਲੀਆਂ ਦੇ ਯੰਤਰ ਵਿਕਸਿਤ ਕਰਨ 'ਚ ਜਾਣਕਾਰੀ, ਸੂਚਨਾ, ਵਿਗਿਆਨ ਦੇ ਨਿਯਮਾਂ ਦੇ ਨਾਲ ਹੀ ਅਚਰਜਤਾ ਵੀ ਸ਼ਾਮਿਲ ਹੈ। ਇਸ ਕਹਾਣੀ ਵਿੱਚ ਭਲੀ ਭਾਂਤ ਕੇਂਦਰਿਤ ਹੋ ਜਾਂਦਾ ਹੈ ਕਿ ਬਣਾਉਟੀ ਬੁੱਧੀ ਦਾ ਵਿਗਿਆਨ ਕਿਸੇ ਜਾਦੂ ਤੋਂ ਘੱਟ ਨਹੀਂ ਹੈ। ਇਹ ਹੌਲੀ-ਹੌਲੀ ਸਾਡੇ ਜੀਵਨ 'ਚ ਪ੍ਰਵੇਸ਼ ਕਰਦਾ ਹੀ ਜਾ ਰਿਹਾ ਹੈ। ਇਸ ਕਹਾਣੀ 'ਚ ਇੱਕ ਹੋਰ ਅਚਰਜਤਾ ਹੈ। ਮਰੀਜ਼ਾਂ ਦੀ ਜਾਂਚ ਦੇ ਵਿਸ਼ੇ ਦੇ ਬਾਰੇ ਤੇ ਕਾਰਖਾਨਿਆਂ 'ਚ ਬਣਦੀਆਂ ਵਸਤਾਂ 'ਚ ਉਤਪਾਦਨ ਦੌਰਾਨ ਤਿਆਰ ਹੋ ਕੇ ਰਲੇ ਨੁਕਸਦਾਰ ਉਤਪਾਦਾਂ ਦੀ ਪਹਿਚਾਣ ਕਰਨਾ ਤੇ ਉਹਨਾਂ ਨੂੰ ਵੱਖ ਕਰਨਾ ਤਾਂ ਕਿ ਗਾਹਕ ਕੋਲ ਜਾ ਕੇ ਸਮੱਸਿਆ ਨਾ ਪੈਦਾ ਕਰਨ। ਬਿਆਨ ਕੀਤਾ ਗਿਆ ਹੈ ਕਿ ਕਿਵੇਂ ਅਸੈਂਬਲੀ ਲਾਈਨ 'ਚ ਤਿਆਰ ਹੋਏ ਉਤਪਾਦ ਕਈ ਵਾਰ ਖਪਤਕਾਰ ਵਾਲੀ ਟੋਕਰੀ ਵੱਲ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਗਾਹਕ, ਵਿਕਰੇਤਾ ਤੇ ਨਿਰਮਾਤਾ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਦਿੱਕਤਾਂ ਪੈਦਾ ਕਰ ਦਿੰਦੇ ਹਨ। ਕਹਾਣੀ 'ਚ ਇਹ ਬਖੂਬੀ ਦਰਸਾ ਦਿੱਤਾ ਗਿਆ ਹੈ ਕਿ ਕਿਵੇਂ ਬਿਨਾਂ ਕਿਸੇ ਸਿੱਧੀ ਮਨੁੱਖੀ ਦਖਲਅੰਦਾਜ਼ੀ ਦੇ ਨੁਕਸਦਾਰ ਉਤਪਾਦ ਉੱਪਰ ਪੈਨੀ ਨਜ਼ਰ ਯਾਨੀ ਅੱਖ ਰੱਖੀ ਜਾ ਸਕਦੀ ਹੈ। ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ ਵਿੱਚ ਬਣਾਉਟੀ ਬੁੱਧੀ ਦੇ ਰਾਹੀਂ ਆਵਾਜ਼ ਦੀ ਪਹਿਚਾਣ ਕਰਨ ਦੀ ਕਹਾਣੀ ਸੁਣਾਈ ਗਈ ਹੈ। ਆਇਆ ਸੀ ਬ੍ਰਿਤਾਂਤ ਕਿ 74% ਲੋਕ ਆਪਣਾ ਸਮਾਨ ਜਾਂ ਸੇਵਾਵਾਂ ਖਰੀਦਣ ਵਾਸਤੇ ਜਾਂ ਉਹਨਾਂ ਦੀ ਸੂਚੀ ਬਣਾਉਣ ਦੇ ਲਈ ਆਪਣੇ ਆਵਾਜ਼ ਪਹਿਚਾਣ ਉਪਕਰਨ ਉੱਪਰ ਨਿਰਭਰ ਹੋ ਚੁੱਕੇ ਨੇ। ਸੁਣੀ ਸੀ ਗੱਲ ਕਿ ਅਸੀਂ ਸਾਰੇ ਸਿਰੀ, ਅਲੈਕਸਾ, ਈਕੋ ਤੇ ਗੂਗਲ ਤੇ ਨਿਰਭਰ ਹਾਂ।
ਇਹ ਸਹਾਇਕ ਆਵਾਜ਼ ਦੀ ਪਹਿਚਾਣ ਦੀ ਤਕਨੀਕ ਰਾਹੀਂ ਪਤਾ ਲਗਾ ਲੈਂਦੇ ਨੇ ਕਿ ਸਾਡੇ ਪ੍ਰਸ਼ਨ ਕੀ ਨੇ ਤੇ ਸਾਨੂੰ ਕੀ ਚਾਹੀਦਾ ਹੈ। ਗੂਗਲ ਘਰੇਲੂ ਸਹਾਇਕ ਸਾਡੇ ਪੈਸੇ ਟਕੇ ਦਾ ਭੁਗਤਾਨ ਕਰ ਸਕਦੇ ਨੇ। ਅਲੈਕਸਾ ਸਾਨੂੰ ਕੈਬ ਮੰਗਵਾ ਸਕਦੀ ਹੈ, ਸਬਜ਼ੀਆਂ ਆਦਿ ਖਰੀਦ ਸਕਦੀ ਹੈ। ਸਾਡੇ ਫ੍ਰਿਜ, ਕੱਪੜੇ ਧੋਣ ਦੀ ਮਸ਼ੀਨ ਤੇ ਹੋਰ ਉਪਕਰਨ ਸਾਡੀ ਆਵਾਜ਼ ਦੀ ਪਹਿਚਾਣ ਦੇ ਅਸੂਲ ਉੱਪਰ ਕੰਮ ਕਰਦੇ ਦਿਸਦੇ ਨੇ। ਸਾਡੇ ਫੋਨ, ਸਰਵੇਖਣ ਕੈਮਰੇ, ਲੈਪਟਾਪ ਵਗੈਰਾ ਸਾਡੇ ਅੰਕੜਿਆਂ ਦਾ ਭੰਡਾਰ ਇਕੱਤਰ ਕਰਦੇ ਰਹਿੰਦੇ ਨੇ ਤੇ ਫਿਰ ਸਾਡੇ ਹੁਕਮਾਂ ਦੀ ਪੂਰਤੀ ਦੇ ਵਾਸਤੇ ਉਹ ਇਹਨਾਂ ਅੰਕੜਿਆਂ ਦੇ ਭੰਡਾਰਾਂ ਦੀ ਵਰਤੋਂ ਕਰਦੇ ਨੇ। ਇਹ ਸਾਰਾ ਇੱਕ ਜਮੂਰੇ ਦੇ ਖੇਡ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਹੀ ਤਾਂ ਕਾਰਨ ਹੈ ਕਿ ਸਾਡੀ ਨਿਜਤਾ ਹੋ ਜਾਂਦੀ ਹੈ ਜਗ ਜ਼ਾਹਰ। ਮੋਬਾਈਲ ਕੰਪਨੀਆਂ ਜਾਂ ਕੰਪਿਊਟਰ ਕੰਪਨੀਆਂ ਜਾਂ ਫੇਸਬੁੱਕ, ਟਵਿੱਟਰ ਜਾਂ ਹੋਰ ਐਪਸ ਦੇ ਉੱਪਰ ਸਾਡੀ ਦਿੱਤੀ ਸੂਚਨਾ ਵਿਕਦੀ ਹੈ ਮਹਿੰਗੇ ਭਾਅ। ਲਿਖਤ ਪਹਿਚਾਣ ਪ੍ਰਣਾਲੀਆਂ ਵਿੱਚ ਸੁਣਾਈ ਸੀ ਗਾਥਾ ਕਿ ਕਿਵੇਂ ਲਿਪੀਬੱਧ ਗਿਆਨ ਦੀ ਸ਼ੁਰੂਆਤ ਮਨੁੱਖੀ ਇਤਿਹਾਸ ਦੇ ਆਰੰਭ ਨਾਲ ਜੁੜੀ ਹੋਈ ਹੈ। ਅਸੀਂ ਸੁਣ ਲਈ ਸੀ ਇਹ ਵਾਰਤਾ ਵੀ ਕਿ ਮਹਿੰਜੋਦਾੜੋ ਤੇ ਕਈ ਹੋਰ ਆਰੰਭਿਕ ਸਭਿਅਤਾਵਾਂ ਦੀਆਂ ਮਿਲੀਆਂ ਪੁਰਾਤਨ ਲਿਖਤਾਂ ਨੂੰ ਪੜ੍ਹਨ 'ਚ ਅਜੇ ਤੱਕ ਅਸੀਂ ਸਫਲ ਨਹੀਂ ਹੋ ਸਕੇ, ਪਰ ਵਿਗਿਆਨ ਅਤੇ ਤਕਨੀਕ ਦੀ ਉન્નਤੀ ਦਿਨ ਪ੍ਰਤੀ ਦਿਨ ਸਾਨੂੰ ਨਵੀਆਂ ਉਚਾਈਆਂ ਵੱਲ ਲੈ ਕੇ ਜਾ ਰਹੀ ਹੈ। ਹੋਈ ਸੀ ਗੱਲ ਕਿ ਪ੍ਰਸ਼ਨ ਕਰਨ ਦੀ ਕਲਾ ਅਤੇ ਆਦਤ ਕਦੋਂ, ਕਿਉਂ, ਕਿਵੇਂ ਤੇ ਕਿੱਥੇ ਵਰਗੀ ਚਾਹ ਜੇਕਰ ਸਾਨੂੰ ਨਵਾਂ ਕਰਨ ਦੀ ਪ੍ਰੇਰਣਾ ਦਿੰਦੀ ਹੈ ਤਾਂ ਸ਼ਾਤਿਰ ਦਿਮਾਗ ਤੇ ਅਪਰਾਧਿਕ ਪ੍ਰਵਿਰਤੀ ਵਾਲੇ ਵਿਅਕਤੀ ਵੀ ਛਲ ਕਪਟ ਦੀਆਂ ਇੱਕ ਤੋਂ ਇੱਕ ਨਵੀਆਂ ਚਾਲਾਂ ਚੱਲਣ 'ਚ ਮਾਹਿਰ ਹੁੰਦੇ ਨੇ। ਸ਼ੈਤਾਨ ਦਿਮਾਗਾਂ ਦੀਆਂ ਇਹਨਾਂ ਚਾਲਾਂ 'ਚੋਂ ਇੱਕ ਹੈ ਕਿਸੇ ਦੀ ਲਿਖਾਵਟ ਦੀ ਨਕਲ ਕਰਨਾ, ਛਲ ਕਪਟ ਨਾਲ ਕਿਸੇ ਹੋਰ ਦੇ ਦਸਤਾਵੇਜ਼ ਨੂੰ ਆਪਣੇ ਨਾਂ ਕਰਨਾ, ਦੂਸਰਿਆਂ ਦੇ ਨਕਲੀ ਦਸਤਖਤ ਕਰਕੇ ਗਵਾਹ ਦੇ ਤੌਰ ਤੇ ਅਦਾਲਤਾਂ 'ਚ ਪੇਸ਼ ਕਰਨਾ। ਹੋਈ ਸੀ ਗੱਲ ਤੇ ਸੁਣਿਆ ਸੀ ਤੁਸੀਂ ਕਿ ਅਜੇ ਤੱਕ ਇਹਨਾਂ ਸਾਰਿਆਂ ਦਾ ਤੋੜ ਅਪਰਾਧ ਵਿਗਿਆਨਿਕ ਫੋਰੈਂਸਿਕ ਪ੍ਰਯੋਗਸ਼ਾਲਾਵਾਂ ਵਿੱਚ ਲੱਭਦੇ ਸੀ, ਜੋ ਕਿ ਇੱਕ ਲੰਬੀ ਪ੍ਰਕਿਰਿਆ ਹੈ ਤੇ ਕਦੇ-ਕਦਾਈ ਕੱਢੇ ਗਏ ਸਿੱਟੇ ਵੀ ਗਲਤ ਹੋ ਸਕਦੇ ਨੇ। ਸੁਣ ਲਿਆ ਸੀ ਤੁਸੀਂ ਵਰਤਾਂਤ ਵੀ ਕਿ ਕਿਵੇਂ ਯੰਤਰਿਕ ਬੁੱਧੀ ਨੇ ਲਿਖਾਵਟ ਅਤੇ ਦਸਤਖਤਾਂ ਦੀ ਪਹਿਚਾਣ 'ਚ ਨਵੇਂ ਆਯਾਮ ਜੋੜੇ ਨੇ। ਕਿਸ ਪ੍ਰਕਾਰ ਸਮਾਰਟ ਤਕਨੀਕ ਦੇ ਪ੍ਰਯੋਗ ਨਾਲ ਮਨੁੱਖੀ ਲਿਖਾਵਟ ਦੀ ਪਹਿਚਾਣ ਕੀਤੀ ਜਾ ਸਕਦੀ ਹੈ ਤੇ ਉਲਝੀਆਂ ਹੋਈਆਂ ਪਹੇਲੀਆਂ ਨੂੰ ਸੁਲਝਾਇਆ ਜਾ ਸਕਦਾ ਹੈ। ਬਸ ਇਸੇ ਲਿਖਾਵਟ ਦੀ ਪਹਿਚਾਣ ਨੇ ਕਰ ਦਿੱਤਾ ਹੈ ਨਿਆਂ ਪ੍ਰਣਾਲੀ ਨੂੰ ਹੋਰ ਸਟੀਕ, ਚੁਸਤ ਤੇ ਦਰੁਸਤ ਬਣਾ ਦਿੱਤਾ ਸਮੇਂ ਦੇ ਹਾਣ ਦਾ। ਇਸ ਤਕਨੀਕ ਦੇ ਉਪਯੋਗ ਨਾਲ ਉਦਯੋਗਪਤੀ ਜਾਂ ਕੋਈ ਉਦਮੀ ਵੀ ਤਿਆਰ ਕਰ ਲੈਂਦਾ ਹੈ ਨਵੇਂ ਉਤਪਾਦ ਤੇ ਉਤਾਰ ਦਿੰਦਾ ਹੈ ਬਾਜ਼ਾਰ ਵਿੱਚ। ਕੜੀ ਬੁੱਧੀਮਾਨ ਰੋਬੋਟ 'ਚ ਸੁਣਾਈ ਗਈ ਹੈ ਵਾਰਤਾ ਰੋਬੋਟ ਵਿਗਿਆਨ ਅਤੇ ਤੱਥਾਂ ਦੇ ਉੱਪਰ ਆਧਾਰਿਤ ਬਣਾਉਟੀ ਬੌਧਿਕਤਾ ਦੇ ਸਹਾਰੇ ਬਣੀਆਂ ਇਹਨਾਂ ਬੁੱਧੀਮਾਨ ਆਧੁਨਿਕ ਮਸ਼ੀਨਾਂ ਦੀ। ਹੋਈ ਸੀ ਗੱਲਬਾਤ ਕਿ ਕਿਵੇਂ ਇਹਨਾਂ ਬੁੱਧੀਮਾਨ ਰੋਬੋਟਾਂ ਨੇ ਪ੍ਰਦਾਨ ਕਰ ਦਿੱਤੀਆਂ ਨੇ ਬਹੁਤ ਸਾਰੀਆਂ ਸਹੂਲਤਾਂ ਮਨੁੱਖ ਦੇ ਆਧੁਨਿਕ ਜੀਵਨ 'ਚ ਤੇ ਬਦਲ ਦਿੱਤੀ ਹੈ ਤਰਜ਼ੇ ਜ਼ਿੰਦਗੀ। ਸੁਣਿਆ ਸੀ ਤੁਸੀਂ ਇਹ ਵਾਰਤਾਲਾਪ ਵੀ ਕਿ ਕਿਵੇਂ ਬਣਾਉਟੀ ਬੌਧਿਕਤਾ ਉੱਪਰ ਆਧਾਰਿਤ ਇਹ ਮਸ਼ੀਨ ਸਾਡੇ ਜੀਵਨ ਦੇ ਨਾਨਾ ਪ੍ਰਕਾਰ ਦੇ ਭਾਂਤ-ਭਾਂਤ ਦੇ ਕੰਮਾਂ ਨੂੰ ਕਰਨ 'ਚ ਸਮਰੱਥ ਹੁੰਦੀ ਹੈ। ਇਹ ਵੀ ਹੋਈ ਸੀ ਗੱਲ ਕਿ ਇਸ ਕਾਰਜ ਦੀ ਪੂਰਤੀ ਦੇ ਵਾਸਤੇ ਸ਼ਰਤ ਹੈ ਕਿ ਉਹਨਾਂ ਦੇ ਸੌਫਟਵੇਅਰ 'ਚ ਕੇਵਲ ਉਸ ਕੰਮ ਨਾਲ ਜੁੜੀ ਕਮਾਂਡ ਜ਼ਰੂਰੀ ਹੋਣੀ ਚਾਹੀਦੀ ਹੈ। ਸੁਣਾ ਦਿੱਤੀ ਸੀ ਕਹਾਣੀ ਕਿ ਕਿਵੇਂ ਕਰਦੇ ਨੇ ਕੰਮ ਇਹ ਬੁੱਧੀਮਾਨ ਰੋਬੋਟ। ਦੱਸ ਦਿੱਤਾ ਸੀ ਖੋਲ ਕੇ ਹਾਲ ਕਿ ਕਿਵੇਂ ਲੱਗੇ ਹੁੰਦੇ ਨੇ ਇਹਨਾਂ ਦੇ ਅੰਦਰ ਸੰਵੇਦਕ ਯਾਨੀ ਸੈਂਸਰ। ਹਾਂਜੀ, ਹੋਈ ਸੀ ਚਰਚਾ ਇਹ ਵੀ ਕਿ ਇਹ ਸੈਂਸਰ ਸਾਡੇ ਆਲੇ ਦੁਆਲੇ ਮੌਜੂਦ ਰੌਸ਼ਨੀ, ਧੁਨੀ, ਗਰਮੀ, ਦਬਾਅ ਜਾਂ ਗਤੀ ਨੂੰ ਮਹਿਸੂਸ ਕਰਦੇ ਨੇ। ਇਹ ਸਾਰੀਆਂ ਸੰਵੇਦਨਾਵਾਂ ਦਾ ਸਮੂਹ ਹੀ ਹੁੰਦਾ ਹੈ ਜਿਹੜਾ ਇਸ ਬੁੱਧੀਮਾਨ ਰੋਬੋਟ ਨੂੰ ਆਪਣਾ ਕੰਮ ਕੁਸ਼ਲਤਾ ਨਾਲ ਨੇਪਰੇ ਚਾੜਨ ਵਿੱਚ ਸਹਾਈ ਹੁੰਦਾ ਹੈ। ਸੁਣਾਇਆ ਸੀ ਵਰਤਾਂਤ ਕਿ ਇਹਨਾਂ ਸੰਵੇਦਕਾਂ ਯਾਨੀ ਸੈਂਸਰਾਂ ਤੋਂ ਇਲਾਵਾ ਇਹਨਾਂ ਬੁੱਧੀਮਾਨ ਰੋਬੋਟਾਂ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਬਹੁਤ ਹੀ ਉੱਚ ਗੁਣਵੱਤਾ ਵਾਲੇ ਪ੍ਰੋਸੈਸਰ ਵੀ। ਹਾਂਜੀ, ਇਹੀ ਤਾਂ ਕਾਰਨ ਦੱਸਿਆ ਸੀ ਇਹਨਾਂ ਬੁੱਧੀਮਾਨ ਰੋਬੋਟ ਦੀ ਬਹੁਤ ਹੀ ਬਿਹਤਰ ਮੈਮਰੀ ਯਾਨੀ ਯਾਦਾਸ਼ਤ ਦਾ ਜੋ ਹੁੰਦੀ ਹੈ ਬਹੁਤ ਹੀ ਸ਼ਾਨਦਾਰ ਤੇ ਇਹਨਾਂ ਦੀ ਬੁੱਧੀਮਾਨੀ ਦਾ ਸਬੂਤ ਦੇਣ ਦਾ ਵੀ ਇਹੀ ਬਣਦੀ ਹੈ ਕਾਰਨ। ਵਾਰਤਾਲਾਪ 'ਚ ਸਾਹਮਣੇ ਆ ਗਿਆ ਸੀ ਕਿ ਸਾਡੇ ਮਨੁੱਖਾਂ ਵਾਂਗ ਇਹਨਾਂ ਬੁੱਧੀਮਾਨ ਰੋਬੋਟਾਂ 'ਚ ਕੁਦਰਤੀ ਬੁੱਧੀ ਜਾਂ ਨੈਚੁਰਲ ਇੰਟੈਲੀਜੈਂਸ ਤਾਂ ਨਹੀਂ ਹੁੰਦੀ, ਪਰ ਵਿਗਿਆਨੀ ਇਹਨਾਂ ਦੇ ਅੰਦਰ ਕੰਪਿਊਟਰ ਪ੍ਰੋਗਰਾਮਿੰਗ ਦੇ ਦੁਆਰਾ ਅਜਿਹੇ ਸੌਫਟਵੇਅਰ ਭਰ ਦਿੰਦੇ ਨੇ ਕਿ ਇਹ ਕਾਫੀ ਹੱਦ ਤੱਕ ਸਾਡੇ ਵਾਂਗ ਹੀ ਕੰਮ ਕਰਨ ਦੇ ਸਮਰੱਥ ਹੋ ਜਾਂਦੇ ਨੇ। ਕਰ ਦਿੱਤਾ ਸੀ ਸਪਸ਼ਟ ਇਹ ਵੀ ਮਾਜਰਾ ਕਿ ਇਹਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਟ ਮਸ਼ੀਨਾਂ ਕਹਿਣ ਦਾ ਵੀ ਇਹੀ ਕਾਰਨ ਹੈ ਕਿ ਇਹਨਾਂ ਦਾ ਦਿਮਾਗ ਬਨੌਟੀ ਹੁੰਦਾ ਹੈ। ਕਹਾਣੀ ਤਾਂ ਇਹ ਵੀ ਸੁਣਾ ਦਿੱਤੀ ਸੀ ਕਿ ਰੋਬੋਟ ਆਪਣੀਆਂ ਗਲਤੀਆਂ ਤੋਂ ਸਬਕ ਲੈਂਦੇ ਨੇ ਤੇ ਫਿਰ ਆਪਣੇ 'ਚ ਸੁਧਾਰ ਕਰਦੇ ਨੇ।
ਇਸ ਤੋਂ ਇਲਾਵਾ ਇਹ ਨਵੇਂ ਮਾਹੌਲ 'ਚ ਆਪਣੇ ਆਪ ਨੂੰ ਢਾਲਣ 'ਚ ਵੀ ਮਾਹਿਰ ਹੁੰਦੇ ਨੇ। ਇਸੇ ਲਈ ਤਾਂ ਇਸ ਰੋਬੋਟ ਨੂੰ ਸਮਝਦਾਰ ਰੋਬੋਟ ਕਿਹਾ ਜਾਂਦਾ ਹੈ। ਗੱਲ ਤਾਂ ਇਹ ਵੀ ਹੋਈ ਸੀ ਕਿ ਆਉਣ ਵਾਲੇ ਸਮੇਂ ਦੀ ਕੀ ਗੱਲ ਹੈ। ਹੁਣ ਤਾਂ ਵਰਤਮਾਨ ਹੀ ਉਹ ਸਮਾਂ ਆ ਗਿਆ ਹੈ ਜਦੋਂ ਰੋਬੋਟ ਸਾਡੇ ਜੀਵਨ, ਸਮਾਜ ਤੇ ਵਾਤਾਵਰਣ ਦੇ ਲਈ ਅਨੇਕਾਂ ਪ੍ਰਕਾਰ ਨਾਲ ਉਪਯੋਗੀ ਹੋ ਗਿਆ ਹੈ। ਜੀ ਹਾਂ, ਸਿਹਤ, ਚਿਕਿਤਸਾ, ਖੇਤੀਬਾੜੀ ਤੇ ਸਿੱਖਿਆ ਵਰਗੇ ਖੇਤਰਾਂ 'ਚ ਤਾਂ ਰੋਬੋਟ ਵਰਦਾਨ ਸਾਬਿਤ ਹੋਇਆ ਹੈ। ਚਰਚਾ ਤਾਂ ਨਿੱਠ ਕੇ ਹੋਈ ਸੀ ਕਿ ਰੋਬੋਟ ਦਾ ਵਿਗਿਆਨ, ਕੰਮ ਕਰਨ ਦੇ ਨਿਯਮ ਤੇ ਕਾਰਜ ਪ੍ਰਣਾਲੀ ਕੀ ਹੈ। ਸਾਡੇ ਜੀਵਨ ਦੇ ਵਿੱਚ ਬੁੱਧੀਮਾਨ ਰੋਬੋਟ ਦੀ ਮਹੱਤਤਾ ਤੇ ਭੂਮਿਕਾ ਬਾਬਤ ਵੀ ਚਰਚਾ ਆਪਸੀ ਵਾਰਤਾਲਾਪ ਰਾਹੀਂ ਕੀਤੀ ਗਈ ਸੀ। ਬਨਾਵਟੀ ਬੌਧਿਕਤਾ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਵਿੱਚ ਸਹਾਇਕ ਹੋਣ ਲਈ ਤੇ ਕਲਿਆਣਕਾਰੀ ਹੋਣ ਲਈ ਸਹਾਇਤਾ ਹੋ ਸਕਦੀ ਹੈ। ਇਸ ਵਾਸਤੇ AI ਦਾ ਸਵਾਗਤ ਕਰਨਾ ਬਣਦਾ ਹੈ ਤੇ ਸਤਰਕ ਵੀ ਰਹਿਣ ਦੀ ਲੋੜ ਹੈ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ, ਆਉਣ ਵਾਲਾ ਕੱਲ ਦੀ 16ਵੀਂ ਕੜੀ। ਲੜੀਵਾਰ ਸੰਯੋਜਕ ਡਾਕਟਰ BK ਤਿਆਗੀ। ਪੰਜਾਬੀ ਰੂਪਾਂਤਰ, ਖੋਜ ਤੇ ਲੇਖਨ ਭਾਰਤ ਗਿਆਨ ਵਿਗਿਆਨ ਸੰਮਤੀ ਪੰਜਾਬ ਤੇ ਚੰਡੀਗੜ੍ਹ। ਹਿੱਸਾ ਲੈਣ ਵਾਲੇ ਕਲਾਕਾਰ ਗੁਰਪ੍ਰੀਤ ਕੌਰ ਤੇ ਗੁਰਵਿੰਦਰ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਅਤੇ ਅਮਨਦੇਵ ਜੋਸ਼ੀ।